अस्सलाम वालेकुम। 4 स्टार सियासी डेरे दे खुश आमदीद। हजूर साडी दुआ है तुसी जिथे जिथे भी तशरीफ फरमा गए हो, अल्लाह पाक तुहानू सारिआं नू सेहत तंदुरुस्ती अता फरमावे। तुहाडी कोई गुजारिश है कि अगर तुसी चैनल नू सबसक्राइब नहीं किया तो सबसक्राइब कर देना ते बैल आइकॉन दे बटन नू लाजमन दबा देना। लो जी, बड़ियां बड़ियां वड्डियां खबरां आ गईयां ने। साडी फौजी अदालतां ने ते साडी फौजी जिहड़े हैगे ने उन्हां ने कमाल कर दिता गया है। अमरीका बारे मुल्क नू लाल झंडी विखाई थी, चल भी अगे हो, तेरे बारे कई आए तो कई देखे गए। ਅਸੀਂ ਆਪਦੀ ਪਾਕ ਫੌਜ ਨੂੰ ਸਲਾਮ ਪੇਸ਼ ਕਰਨੇ ਆ ਕਿ ਜਿਨ੍ਹਾਂ ਨੇ ਐਡਾ ਜ਼ਰੂਰਤਮੰਦਾਨਾ ਇਕਦਾਮ ਉਠਾਇਆ ਗਿਆ ਤੇ ਸਾਰੇ ਬੰਦਿਆਂ ਨੂੰ ਦੋ ਟੋਕ ਜਵਾਬ ਦਿੱਤਾ ਗਿਆ। ਸਭ ਨਾਲ ਪਹਿਲਾਂ 9 ਮਈ ਦੇ ਵਾਕਿਆਤ ਦੇ ਵਿੱਚ ਜਿਹੜੇ 25 ਮੁਜਰਮਾਨ ਹੈਗੇ ਸਨ ਉਹਨਾਂ ਨੂੰ ਸਜ਼ਾ ਸੁਣਾਈ ਹੈਗੀ ਤੇ ਫਿਰ ਜਿਹੜੇ ਬਾਕੀ 60 ਮੁਜਰਮਾਨ ਹੈਗੇ ਸਨ ਉਹਨਾਂ ਨੂੰ ਜਿਹੜਾ ਹੈਗਾ ਨਾ ਸਜ਼ਾ ਉਹਨਾਂ ਨੇ ਸੁਣਾਈ ਹੈਗੀ ਤਾਂ ਕਿ ਜਿਹੜਾ ਖਾਤਾ ਖਤਮ ਕੀਤਾ ਗਿਆ ਹੈ। ਉਹਦੇ ਚ 10-10 ਸਾਲ ਕਾਫੀ ਬੰਦਿਆਂ ਨੂੰ 10-10 ਸਾਲ ਸਜ਼ਾ ਹੋਈ ਹੈ, 2-3 ਬੰਦਿਆਂ ਨੂੰ 2-2 ਸਾਲ 3-3 ਸਾਲ ਸਜ਼ਾ ਹੋਈ। ਇਹਦੇ ਅੱਗੇ ਸਾਰੇ ਤੁਹਾਡੇ ਗੱਲਬਾਤ ਕਰਾਂਗੇ ਤੇ ਤੁਹਾਡੇ ਕੋਲ ਗੁਜ਼ਾਰਿਸ਼ ਹੈ ਇਹਦੇ ਬਾਅਦ ਜਿਹੜਾ ਹੈਗਾ ਇਮਰਾਨ ਖਾਨ ਦੀ ਕਿਸਮਤ ਦਾ ਜਿਹੜਾ ਫੈਸਲਾ ਹੈਗਾ ਨਾ ਉਹ ਵੀ ਬਹੁਤ ਜਲਦ ਮੁਤਵੱਕਾ ਹੋਣ ਲੱਗਾ ਹੈਗਾ ਤੇ ਪੀਟੀਆਈ ਜਿਹੜੀ ਹੈਗੀ ਨਾ ਇਹਨੇ ਆਪਦੇ ਹੀ ਕਾਰਕੁਨਾਂ ਦੇ ਨਾਲ ਲਾ ਤਲਕੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹਦੇ ਤੇ ਗੱਲਬਾਤ ਕਰਾਂਗੇ। ਆਖਰਕਾਰ ਜਿਹੜਾ ਫੌਜੀ ਅਦਾਲਤਾਂ ਨੇ ਆਪਣੇ ਫੈਸਲੇ ਸੁਣਾਉਣੇ ਸ਼ੁਰੂ ਕਰ ਦਿੱਤੇ ਹੈਗੇ ਨੇ। ਪਹਿਲੇ ਮਰਹਲੇ ਦੇ ਵਿੱਚ ਉਹਨਾਂ ਨੇ 25 ਮੁਜਰਮਾਂ ਨੂੰ ਸਜ਼ਾ ਦਿੱਤੀ ਹੈਗੀ ਹੈ। 10 ਸਾਲ ਤੋਂ ਲੈ ਕੇ 2 ਸਾਲ ਤੱਕ ਜਿਹੜੇ ਨਾ ਮੁਜਰਮਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਨੇ। ਆਖਰਕਾਰ ਤੁਹਾਨੂੰ ਅਸੀਂ ਪਹਿਲਾਂ ਵੀ ਕਹਿੰਦੇ ਸਾਂ ਕਿ ਫੌਜ ਦਾ ਡੰਡਾ ਚੱਲ ਜਾਣਾ ਹੈਗਾ ਜੇ, ਤੇ ਫੌਜ ਦਾ ਡੰਡਾ ਚੱਲ ਗਿਆ। ਮਿਲਟਰੀ ਕੋਰਟ ਦੀ ਤਰਫ ਨਾਲ ਜਿਹੜੇ 60 ਮੁਜਰਮਾਨ ਬਾਕੀ ਹੈਗੇ ਸੀ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਸੁਣਾ ਦਿੱਤੀਆਂ ਗਈਆਂ। ਅਮਰੀਕਾ ਨੇ ਇਸ ਪਾਕਿਸਤਾਨ ਦੇ ਉੱਤੇ ਸਜ਼ਾਵਾਂ ਦਾ ਬੜਾ ਜਿਹੜਾ ਨਾ ਰੱਦੇ ਅਮਲ ਜ਼ਾਹਿਰ ਕੀਤਾ ਗਿਆ। ਮਿਜ਼ਾਈਲ ਪ੍ਰੋਗਰਾਮ ਦੇ ਪਾਬੰਦੀ ਲਾਉਣ ਦੀ ਗੱਲਾਂ ਬਤਾਉਂਦੀਆਂ ਰਹੀਆਂ ਤੇ ਪਾਕਿਸਤਾਨ ਨੇ ਕਿਸੇ ਦੀ ਵੀ ਪਰਵਾਹ ਨਹੀਂ ਕੀਤੀ। ਪਾਕਿਸਤਾਨ ਨੇ ਕਿਸੇ ਦੀ ਵੀ ਪਰਵਾਹ ਨਹੀਂ ਕੀਤੀ ਗਈ ਤੇ ਪਾਬੰਦੀ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਉਹਨੇ ਜਾ ਕੰਮ ਕਰ ਜਾਦੇ, ਤੇਰੇ ਬਾਰੇ ਕਈ ਆਏ ਤੇ ਕਈ ਗਏ ਗਏ। ਠੀਕ ਹੈ ਨਾ। ਉਹ ਪਾਕਿਸਤਾਨ ਪਹਿਲੇ ਵਾਲਾ ਨਹੀਂ ਗਿਆ। ਪਾਕਿਸਤਾਨ ਇਨਸ਼ਾਅੱਲਾ ਬੜੀ ਜਲਦੀ ਆਪਦੇ ਕਦਮਾਂ ਦੇ ਸਰਵਾਈਜ਼ ਕਰ ਜਾਵੇਗਾ ਤੇ ਪਾਕਿਸਤਾਨ ਆਪਦਾ ਬਹੁਤ ਜ਼ਿਆਦਾ ਜਿਹੜਾ ਹੈਗਾ ਨਾ ਸੈਟਿੰਗ ਆਪਦੀ ਕਰ ਲਵੇਗਾ। ਪਾਕਿਸਤਾਨ ਨੇ ਵਾਜ਼ਿਆ ਐਲਾਨ ਕੀਤਾ, ਪਾਕਿਸਤਾਨ ਨੇ ਤੇ ਪਾਕਿਸਤਾਨ ਦੀ ਗਵਰਨਮੈਂਟ ਨੇ ਪਾਕਿਸਤਾਨੀ ਫੌਜ ਨੇ ਅਸੀਂ ਆਪਦੀ ਐਟਮੀ ਸਾਸਿਆਂ ਦੇ ਉੱਤੇ ਆਪਦੇ ਮਿਜ਼ਾਈਲ ਪ੍ਰੋਗਰਾਮ ਦੇ ਉੱਤੇ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਾਂਗੇ। ਸਭ ਤੋਂ ਪਹਿਲੇ ਜਿਹੜੇ 25 ਮੁਜਰਮਾਨ ਹੈਗੇ ਨੇ ਨਾ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈਗੀ ਹੈ। ਉਹਦੇ ਚ ਇਹ ਮੁਜਰਮ ਜਿਹੜੇ ਹੈਗੇ ਨੇ ਨਾ ਇਹ GHQ ਦੇ ਔਰ ਲਾਹੌਰ ਕੋਰ ਕਮਾਂਡਰ ਹਾਊਸ ਦੇ ਹਮਲੇ ਦੇ ਵਿੱਚ ਇਹ ਮੁਲਵਸ ਸਨ। ਇਹਨਾਂ ਚ ਇੱਕ ਹਸਾਨ ਨਿਆਜ਼ੀ ਵੀ ਗਿਆ ਜਿਹੜਾ ਵਜ਼ੀਰ ਆਜ਼ਮ ਸਾਹਿਬ ਦਾ ਭਾਂਜਾ ਸੀ। ਉਹਨਾਂ ਨੇ ਉਹਨੂੰ ਐਬਟਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ। ਠੀਕ ਹੈ ਨਾ। ਤੇ ਉਹਨੂੰ ਜਿਹੜਾ ਹੈਗਾ ਸੀ ਨਾ ਉਹਨੇ ਵੀ ਮੁਲਕੀ ਦੁਸ਼ਮਣੀ ਦੇ ਵਿੱਚ ਜਿਹੜਾ ਹੈਗਾ ਸੀ ਨਾ ਇਹ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਹੈਗੇ ਨੇ। ਇਹ ਜਿੰਨੇ ਵੀ PTI ਵਾਲੇ ਹੈਗੇ ਨੇ ਇਹ ਮੁਲਕ ਦੁਸ਼ਮਣੀ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਅੱਗੇ ਹੈਗੇ ਨੇ। ਇਹਨਾਂ ਨੇ ਜਿਹੜਾ ਹੈਗਾ ਸੀ ਨਾ ਕੋਰ ਕਮਾਂਡਰ ਲਾਹੌਰ ਦੀ ਪਤਲੂਨ ਦੀ ਜਿਹੜੀ ਹੈਗੀ ਸੀ ਨਾ ਇਹਨਾਂ ਨੇ ਹਵਾ ਦੇ ਵਿੱਚ ਲਹਿਰਾਈ ਹੈਗੀ। ਕਹਿੰਦਾ ਵੇਖੋ ਜੀ ਇਹ ਵੱਡੇ ਫੌਜੀ ਬਣੇ ਫਿਰਦੇ ਹੈਗੇ ਨੇ ਤੇ ਇਹਨਾਂ ਨੇ ਜੋ ਹੋਇਆ ਤੇ ਇਹਨਾਂ ਨੇ ਸਾਡੇ ਨਾਲ ਕੀ ਲੜਨਾ ਗਿਆ। ਉਹ ਬਤਲੂਨ ਲਹਿਰਾ ਦੇਣਾ ਤੇ ਆਪ ਉਹਨਾਂ ਤੁਰਕੀ ਦਾ ਤੈਯਬ ਅਰਦਗਾਨ ਜਾਂ ਜੇ ਮਾਮਲਾਤ ਬਣਨ ਦੀ ਕੋਸ਼ਿਸ਼ ਕੀਤੀ ਹੈਗੀ ਕਿ ਜੀ ਮੇਰੀ ਬੜੀ ਗੱਲਬਾਤ ਹੈਗੀ ਤੇ ਮੇਰੀ ਬੜੀ ਕੋਸ਼ਿਸ਼ ਹੈਗੀ ਹੈ ਤੇ ਮੈਂ ਹੀਰੋ ਬਣ ਜਾਵਾਂ ਤੇ ਅਮਨ ਵਾਲਾ ਵਜ਼ੀਰ ਆਜ਼ਮ ਮੈਂ ਬਣ ਜਾਵਾਂ। ਲੇਕਿਨ ਇਹ ਕਾਰਨਾਮਾ ਕਰਨ ਤੋਂ ਬਾਅਦ ਇਹ ਬੰਦਾ ਗਾਇਬ ਹੋ ਗਿਆ। ਗੌਰਮੈਂਟਾਂ ਨਾਲ ਮੱਥੇ ਲਾਉਣੇ ਸੌਖੇ ਤੇ ਨਹੀਂ ਹੈਗੇ, ਅਖੀਰ ਬੰਦੇ ਨੂੰ ਕੰਮ ਕਰਨਾ ਪੈਂਦਾ। ਬੰਦਾ ਗਾਇਬ ਹੋ ਗਿਆ। PTI ਨੇ ਜਿਹੜੇ ਬੰਦੇ 9 ਮਈ ਦੇ ਵਾਕਿਆ ਅੱਜ ਫੜੀਜੇ ਸੀ ਨਾ ਸਾਰਿਆਂ ਨੂੰ ਲਾ ਤਲਕੀ ਦਾ ਐਲਾਨ ਕਰ ਸਾਡਾ ਜਨਾਬ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ, ਤੁਸੀਂ ਜਾਣੋ ਗੌਰਮੈਂਟ ਜਾਣੇ। ਇਮਰਾਨ ਖਾਨ ਤੱਕ ਨੇ ਨਾ ਇਹਨਾਂ ਦੀ ਮਦਦ ਵਾਸਤੇ ਕੋਈ ਕਦਮ ਨਹੀਂ ਚੁੱਕਿਆ ਗਿਆ ਤੱਕ ਇਹਨਾਂ ਦੇ ਘਰ ਵਾਲੇ ਜ਼ਲੀਲੋ ਖਵਾਰ ਹੋ ਗਏ। ਉਹ ਤੁਹਾਨੂੰ ਅੱਗੇ ਕੋਈ ਦੱਸਿਆ ਸੀ ਨਾ ਕਿ ਇੱਕ ਜਿਹੜਾ ਹੈਗਾ ਸੀ ਯੂਥੀਆ ਉਹਨੂੰ ਮੈਂ 1.5 ਘੰਟਾ ਸਮਝਾਇਆ ਯਾਰ ਤੂੰ ਐਵੇਂ ਨਹੀਂ ਐਵੇਂ ਗੱਲਬਾਤ ਹੈਗੀ ਹੈ। ਫਿਰ ਉਹਨਾਂ ਦੇ ਘਰ ਵਾਲਿਆਂ ਨੇ ਮੈਨੂੰ 2 ਘੰਟੇ ਸਮਝਾਇਆ ਪੁੱਤਰ ਤੂੰ ਇਹਨੂੰ ਨਾ ਸਮਝਾਇਆ ਕਰ। ਉਹ ਹਿਸਾਬ ਸੀ ਇਹ ਸਮਝਣ ਵਾਲੇ ਨਹੀਂ ਸੀ। ਅਖੀਰ ਇਹਨਾਂ ਨੂੰ ਫੌਜੀਆਂ ਨੇ ਸਮਝਾਇਆ ਛਿੱਤਰ ਮਾਰ ਦੇ ਤੇ ਇਹ ਜਿਹੜਾ ਨਾ ਇਹਨਾਂ ਨੂੰ ਇਹਨਾਂ ਦੀ ਮਦਦ ਵਾਸਤੇ ਕੋਈ ਇਕਦਾਮ ਕੋਈ ਬੰਦਾ ਇਹਨਾਂ ਦੇ ਵਾਸਤੇ ਅੱਗੇ ਨਹੀਂ ਹੋਇਆ ਤੇ ਇਹ ਅਦਾਲਤਾਂ ਦੇ ਵਿੱਚ ਜ਼ਲੀਲੋ ਖਵਾਰ ਹੁੰਦੇ ਰਹਿ ਗਏ। ਆਖਰਕਾਰ ਇਹ ਸਜ਼ਾਵਾਂ ਦੇ ਮੁਸਤਹਿਕ ਹੋ ਗਏ। 10-10 ਸਾਲਾਂ ਇਹਨਾਂ ਨੂੰ ਸਜ਼ਾ ਜਿਹੜੀ ਨਾ ਉਹ ਇਹ ਤਾਰੀਖ ਗਵਾਹ ਹੈਗੀ ਹੈ। ਤਾਰੀਖ ਗਵਾਹ ਹੈਗੀ ਕਿ ਇਮਰਾਨ ਖਾਨ ਅਮਰੀਕੀ
ਤੇ ਇਸਰਾਈਲੀ ਏਜੰਟ ਸਾਬਤ ਹੋ ਗਿਆ। ਤੁਸੀਂ ਇਹ ਹਿਸਾਬ ਲਾਓਗੇ ਅਮਰੀਕਾ ਵਰਗਾ ਮੁਲਕ ਬੜਾ ਬੇਤਾਬ ਹੁੰਦਾ ਪਿਆ ਕਿ ਕਿਸੇ ਤਰੀਕੇ ਨਾਲ ਜਿਹੜਾ ਹੈਗਾ ਨਾ ਇਮਰਾਨ ਖਾਨ ਰਿਹਾ ਹੋ ਜਾਵੇ। ਉਹ ਕਿਹੜੀ ਖਿਦਮਤ ਹੈਗੀ ਹੈ? ਪੀਟੀਆਈ ਵਾਲਿਓ, ਯੂਥੀਓ, ਸਾਨੂੰ ਵੀ ਕੋਈ ਦੱਸੋ, ਉਹ ਕਿਹੜੀ ਖਿਦਮਤ ਹੈਗੀ ਜਿਹੜੀ ਇਮਰਾਨ ਖਾਨ ਨੇ ਅਮਰੀਕਾ ਦੀ ਕੀਤੀ ਹੈਗੀ ਹੈ? ਸਾਨੂੰ ਵੀ ਕੋਈ ਦੱਸੋ, ਸਾਨੂੰ ਵੀ ਕੋਈ, ਸਾਡੀ ਵੀ ਸਮਝ ਆਵੇ ਗੱਲ ਜੀ। ਇਹਨੇ ਬੜਾ ਹੀ ਅਮਰੀਕਾ ਦਾ ਬੜਾ ਇਹਨੇ ਕੰਮ ਕੀਤਾ ਗਿਆ। ਇਸਰਾਈਲ ਵਾਲਾ ਮੁਲਕ ਜਿਹੜਾ ਹੈਗਾ ਨਾ ਇਹਦੇ ਵਾਸਤੇ ਬੜਾ ਬੇਤਾਬ ਹੁੰਦਾ ਪਿਆ ਕਿ ਤੁਸੀਂ ਇਹਨੂੰ ਛੱਡ ਦਿਓ। ਇੰਡੀਆ ਵਗੈਰਾ ਸਾਡਾ ਦੁਸ਼ਮਣ ਮੁਲਕ, ਤੁਸੀਂ ਉਹਦਾ ਮੀਡੀਆ ਚੈੱਕ ਕਰੋ, ਇੰਡੀਆ ਦਾ ਦੁਸ਼ਮਣ ਮੁਲਕ, ਉਹ ਵੀ ਇਹਦੇ ਨਾਲ ਰਿਹਾਈ ਵਾਸਤੇ ਨਾ ਬੜਾ ਬੇਤਾਬ ਹੈਗਾ। ਠੀਕ ਹੈ ਨਾ, ਉਹ ਬੜੇ ਬੇਤਾਬ ਹੈਗੇ ਨੇ। ਤੁਸੀਂ ਹਿਸਾਬ ਲਾ ਲਓ ਕਿ ਇਮਰਾਨ ਖਾਨ ਵਾਲੇ ਬੰਦੇ ਦਾ ਟਵਿੱਟਰ ਅਕਾਊਂਟ ਹੈਗਾ ਨਾ, ਉਹ ਵੀ ਅਮਰੀਕਾ ਤੋਂ ਆਪਰੇਟ ਹੋ ਰਿਹਾ ਹੈਗਾ। ਤੇ ਇਹ ਜਿਹੜਾ ਹੈਗਾ ਨਾ ਅਮਰੀਕਾ 'ਚ ਜਿਹੜੀ ਨਈ ਹੁਕੂਮਤ ਆਈ, ਉਹਦਾ ਇੱਕ ਮਸ਼ੀਰ ਹੈਗਾ, ਉਹ ਜਿਵੇਂ ਖੋਤੀ ਰੇੜੀ ਦੇ ਨਾਲ ਖੋਤਾ ਮਨੀਜਾ ਹੁੰਦਾ ਹੈ ਨਾ, ਰੇੜੀ ਦੇ ਨਾਲ ਭੱਜਾ ਜਾਂਦਾ ਹੈਗਾ, ਤਾਂ ਕਹਿੰਦਾ ਸਾਰਾ ਵਜ਼ਨ ਮੈਂ ਹੀ ਚੁੱਕਿਆ ਗਿਆ। ਤੇ ਇਸ ਤਰ੍ਹਾਂ ਜਿਹੜਾ ਹੈਗਾ ਨਾ ਉਹ ਰਿਚਰਡ ਗਰਨੈਲ ਹੈਗਾ, ਉਹਦਾ ਵੀ ਜਿਹੜਾ ਹੈ ਨਾ ਉਹ ਵੀ ਬੜੀ ਰਿਹਾਈ ਵਾਸਤੇ ਜਿਹੜਾ ਹੈਗਾ ਨਾ ਉਹ ਵੀ ਬੜਾ ਬੇਤਾਬ ਹੈਗਾ। ਦੋਵੇਂ ਇੱਕੋ ਪਾਰਟੀ ਦੇ ਨੇ ਨਾ, ਦੋਵੇਂ ਇੱਕੋ ਪਾਰਟੀ ਦੇ ਨੇ ਨਾ, ਤੁਸੀਂ ਸਮਝ ਹੀ ਗਏ ਹੋਵੋਗੇ ਉਹ ਮੁੰਡੇ ਦੇ ਮੁੰਡਾ, ਇਹ ਦੋਵੇਂ ਇੱਕੋ ਪਾਰਟੀ ਦੇ ਹੈਗੇ ਨੇ। ਅਸੀਂ ਆਪਦੀ ਆਪਦੀ ਪਾਕ ਫੌਜ ਨੂੰ ਸਲਾਮ ਪੇਸ਼ ਕਰਨੇ ਆ ਕਿ ਜਿਨ੍ਹਾਂ ਨੇ ਇਹ ਜਿਹੜੀ ਸੀ ਨਾ 30 ਸਾਲਾਂ ਦੀ ਇਨਵੈਸਟਮੈਂਟ, ਉਹਨੂੰ ਇਹਨਾਂ ਨੇ ਜਿਹੜਾ ਹੈਗਾ ਨਾ ਨਿਸਤੋ ਨਾਬੂਦ ਕੀਤਾ ਹੈ। ਅਮਰੀਕਾ ਦੀ ਤੇ ਇਸਰਾਈਲ ਜਿਹੜੀ 30 ਸਾਲਾਂ ਦੀ ਇਨਵੈਸਟਮੈਂਟ ਹੈਗੀ ਸੀ ਉਹਦੇ ਤੇ ਪਾਣੀ ਫੇਰ ਦਿੱਤਾ ਗਿਆ। ਇਹਨਾਂ ਨੇ ਹਰ ਮਹਾਜ਼ ਦੇ ਉੱਤੇ ਇਹਨਾਂ ਸਾਰੇ ਲੋਕਾਂ ਨੂੰ ਨਾਕਾਮ ਕੀਤਾ ਗਿਆ। ਦੇਖੋ ਨਾ ਤੁਸੀਂ ਹੁਣ ਇਹ ਤਾਰੀਖ ਗਵਾਹ ਹੈਗੀ ਹੈ, ਜਿਹੜੇ ਬੰਦੇ ਨੇ ਵੀ ਇਮਰਾਨ ਖਾਨ ਦਾ ਸਾਥ ਦਿੱਤਾ ਹੈ ਨਾ, ਇਮਰਾਨ ਖਾਨ ਨੂੰ ਜ਼ਲੀਲੋ ਖਵਾਰ ਕੀਤਾ ਗਿਆ, ਬਾਅਦ ਇਮਰਾਨ ਖਾਨ ਤੋਂ ਫਾਰਗ ਹੋ ਗਿਆ। ਜਨਰਲ ਫੈਜ਼ ਮੀਦ ਨੇ ਪੀਟੀਆਈ ਵਾਸਤੇ ਕੀ ਕੁਛ ਨਹੀਂ ਕੀਤਾ ਗਿਆ, ਮਾਮਲਾਤ ਕੀਤੇ, ਆਇਨ ਤੋੜਿਆ, ਆਪਦੀ ਪੂਰੀ ਸਰਵਿਸ ਦਾ ਇਲਾਜ ਕੀਤੀ, ਫਿਰ ਹੋਰ ਮਾਮਲਾਤ ਕੀਤੇ, ਸਿਆਸਤਦਾਨਾਂ ਨੂੰ ਜੇਲ੍ਹਾਂ 'ਚ ਭੇਜਿਆ, ਜਹਾਜ਼ ਭਰ ਦੇ ਇਮਰਾਨ ਖਾਨ ਵਾਸਤੇ ਭੇਜੇ। ਜਦੋਂ ਉਹਦੇ ਤੇ ਬੁਰਾ ਵਕਤ ਆਇਆ, ਇਮਰਾਨ ਖਾਨ ਨੇ ਕਿਹਾ ਮੈਂ ਜਾਣਦਾ ਹੀ ਨਹੀਂ, ਮੇਰਾ ਤਲਕ ਹੀ ਨਹੀਂ ਕਹਿੰਦੇ ਇਹਦੇ ਨਾਲ, ਸਮਝ ਆਈ ਨਾ, ਮੇਰਾ ਤਲਕ ਇਹਦੇ ਨਾਲ ਕੋਈ ਵੀ ਨਹੀਂ ਗਿਆ। ਮੈਂ ਬਸ ਵਜ਼ੀਰ ਆਜ਼ਮ ਸਾਹਿਬ ਮੇਰਾ ਬਸ ਮਿਲਣਾ ਜੁਲਣਾ ਹੁੰਦਾ ਸੀ ਪਾਰਟੀਆਂ ਦੇ ਵਿੱਚ ਤੇ ਇਹ ਤੇ ਉਹ, ਠੀਕ ਹੈ ਨਾ। ਅਖੀਰ ਇਹਦੇ ਵਿੱਚ ਇੱਕ ਬ੍ਰਿਗੇਡੀਅਰ ਨੂੰ ਤੇ ਇੱਕ ਮੇਜਰ ਸਾਹਿਬ ਨੂੰ ਵੀ ਜਿਹੜਾ ਹੈਗਾ ਨਾ ਸਜ਼ਾ ਸੁਣਾ ਦਿੱਤੀ ਗਈ ਹੈਗੀ ਹੈ। ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਲਾਓ ਕਿ ਜਿਹੜੀ ਫੌਜ ਨੇ ਆਪਦੇ ਬੰਦਿਆਂ ਨੂੰ ਨਹੀਂ ਛੱਡਿਆ ਹੈਗਾ ਤਾਂ ਇਹਨਾਂ ਨੂੰ ਕਿਵੇਂ ਬਖਸ਼ਣ ਦੇ। ਜਿਹੜਾ ਫੈਜ਼ ਮੀਦ ਹੈਗਾ ਉਹਦੀ ਚਾਰਜਸ਼ੀਟ ਤਕਰੀਬਨ ਮੁਕੰਮਲ ਹੋ ਚੁੱਕੀ ਹੈਗੀ ਹੈ। ਬਹੁਤ ਜਲਦ ਜਿਹੜਾ ਫੈਸਲਾ ਨਾ ਉਹਦੇ ਮੁਤਵਕ ਹੋ ਗਿਆ ਹੈ ਕਿ ਬੜੀ ਜਲਦੀ ਫੈਸਲਾ ਮੁਤਵਕ ਹੋ ਜਾਏਗਾ। ਉਹਦੇ ਬਾਅਦ ਇਮਰਾਨ ਖਾਨ ਦੀ ਵਾਰੀ ਹੈ, ਸਮਝ ਆਈ ਨਾ। ਇਹਦੇ ਬਾਅਦ ਇਮਰਾਨ ਖਾਨ ਦੀ ਵਾਰੀ, ਜਿਹੜੇ ਵੱਡੇ ਜਿਹੜੇ ਲੀਡਰ ਸੀ ਨਾ, ਜਿਹੜੇ ਕਸਮਾਂ ਖਾਂਦੇ ਸਨ, ਤੇ ਉਹਨਾਂ ਜਿਨ੍ਹਾਂ ਨੇ ਰਾਣਾ ਸਨਾਉੱਲਾ ਤੇ ਇਲਜ਼ਾਮ ਲਾਇਆ, ਸ਼ਹਿਰਯਾਰ ਫਰੀਦੀ ਵਗੈਰੇ, ਦੂਏ ਤੀਏ, ਇਮਰਾਨ ਖਾਨ, ਫੈਜ਼ ਮੀਦ ਤੇ ਅਸਦ ਕੈਸਰ, ਇੱਕ ਉਹ ਭਗੌੜਾ ਨੱਸ ਗਿਆ, ਉਹ ਕੀ ਜਿਹੜਾ ਕੌਮੀ ਅਸੈਂਬਲੀ ਦਾ ਸਪੀਕਰ ਹੈਗਾ ਸੀ, ਸਾਰੇ ਜਿਹੜੇ ਹੈਗੇ ਸਨ ਨਾ, ਇਹਨਾਂ ਸਾਰਿਆਂ ਦੇ ਖਿਲਾਫ ਜਿਹੜੇ ਥੱਲੇ ਹੁਣ ਜਿਹੜਾ ਕਹਿੰਦਾ ਜਿਹੜੀ ਕਿ ਨਾ ਫੌਜ ਸਾਡੀ ਨੇ ਜਿਹੜੀ ਫੌਜੀ ਅਦਾਲਤਾਂ, ਦੇਖੋ ਜੀ ਫੌਜੀ ਅਦਾਲਤਾਂ ਦਾ ਕਿਆਮ ਬਹੁਤ ਜ਼ਰੂਰੀ ਸੀ। ਫੌਜੀ ਅਦਾਲਤਾਂ ਨੇ ਕਾਫੀ ਜ਼ਿਆਦਾ ਜਿਹੜੇ ਨਾ ਮਾਮਲਾਤ ਕਲੀਅਰ ਕੀਤੇ ਗਏ ਨੇ। ਇਮਰਾਨ ਖਾਨ ਦੌਰ ਦੇ ਵਿੱਚ ਕਾਫੀ ਜ਼ਿਆਦਾ ਫੌਜੀ ਅਦਾਲਤਾਂ ਦੇ ਵਿੱਚ ਬੰਦਿਆਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ। ਇਨਸ਼ਾਅੱਲਾ ਇਹ ਜਿਹੜਾ ਹੈਗਾ ਨਾ ਇਹ ਇਮਰਾਨ ਖਾਨ ਦਾ ਵੀ ਕੇਸ ਬੜੀ ਜਲਦੀ ਹੈਂਡਲ ਹੋ ਰਿਹਾ ਗਿਆ, ਇਹ ਵੀ ਬੜੀ ਜਲਦੀ ਜਿਹੜਾ ਹੈਗਾ ਨਾ ਇਨਸ਼ਾਅੱਲਾ ਇਹ ਫਿਤਨਾ ਆਪਦੇ ਘਰ ਨੂੰ ਜਿਹੜਾ ਹੈਗਾ ਨਾ ਬਹੁਤ ਜਲਦੀ ਜਿਹੜਾ ਆਪਦੇ ਅੰਜਾਮ ਨੂੰ ਪਹੁੰਚ ਜਾਵੇਗਾ। ਲੇਕਿਨ ਇਹਦੇ ਜਿਹੜੇ ਅਸਰਾਤ ਹੈਗੇ ਨੇ ਨਾ ਕੌਮੀ ਯੂਥ ਦੇ, ਇੱਕ ਇਹ ਸੀ ਕੌਮੇ ਭੂਤ, ਇਹ ਹੋਈ ਕੌਮੇ ਯੂਥ। ਕੌਮੇ ਯੂਥ ਜਿਹੜੇ ਅਸਰਾਤ ਹੈਗੇ ਨਾ ਇਹਨਾਂ ਨੂੰ ਖਤਮ ਕਰਨ ਵਾਸਤੇ ਨਾ ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਪਾਕ ਫੌਜ ਜਿਹੜਾ ਨਾ ਆਪਦਾ ਕਿਰਦਾਰ ਅਦਾ ਕਰਨਾ ਬਹੁਤ ਜ਼ਰੂਰੀ ਹੈ ਤੇ ਫੌਜ ਇਨਸ਼ਾਅੱਲਾ ਆਪਦਾ ਕਿਰਦਾਰ ਅਦਾ ਕਰਦੇ ਰਹੇਗੀ। ਇਮਰਾਨ ਖਾਨ ਸਾਹਿਬ ਦੇ ਨਾਲ ਜਿਸ ਬੰਦੇ ਨੇ ਵੀ ਇਹਸਾਨ ਕੀਤਾ ਉਹਨੂੰ ਧੋਖਾ ਦਿੱਤਾ ਗਿਆ। ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਨੇ ਇਹਨੂੰ 50 ਕਰੋੜ ਰੁਪਈਆ ਦਿੱਤਾ ਉਸ ਵਕਤ ਦੇ ਵਿੱਚ ਜਦੋਂ ਵਜ਼ੀਰ ਆਜ਼ਮ ਸਿੰਘ ਸ਼ੌਕਤ ਖਾਨਮ ਵਾਸਤੇ ਫਿਰ ਜ਼ਮੀਨ ਦਿੱਤੀ ਗਈ। ਤੇ ਜਦੋਂ ਇਹ ਬੰਦਾ ਵਜ਼ੀਰ ਆਜ਼ਮ ਬਣਿਆ ਕਿ ਇਹਨੇ ਸਭ ਨਾਲ ਪਹਿਲਾਂ ਜਿਹੜਾ ਹੈਗਾ ਸੀ ਨਾ, ਸਭ ਨਾਲ ਪਹਿਲੋਂ ਇਹ ਬੰਦੇ ਨੇ ਉਹਨਾਂ ਦੇ ਉੱਤੇ ਖਿਲਾਫ ਚਾਰਜਸ਼ੀਟ ਜਾਰੀ ਕੀਤੀ, ਚੋਰ ਨੇ ਫਲਾਣ। ਉਹ ਚੋਰ ਸਾਬਤ ਹੋਏ ਜਾਂ ਨਹੀਂ ਹੋਏ, ਲੇਕਿਨ ਇਹ ਪੱਕਾ ਚੋਰ ਸਾਬਤ ਹੋ ਗਿਆ। ਇਹਦੇ ਦੌਰੇ ਹਕੂਮਤ ਦੇ ਵਿੱਚ ਰਿਕਾਰਡ ਕਰਪਸ਼ਨ ਕੀਤੀ ਗਈ ਤੇ ਜਿਹੜੀ ਨਾ 9 ਮਈ ਦੇ ਮਾਮਲਾ ਤੋਂ ਬਾਅਦ ਇਸ ਬੰਦਿਆਂ ਨੂੰ ਸੱਚ ਸਮਝ ਆ ਜਾਣਾ ਚਾਹੀਦਾ ਹੈਗਾ। ਅਸੀਂ ਇਹ ਫੌਜ ਅੱਗੇ ਤਾਂ ਆਪਦੇ ਰਿਆਸਤਦਾਰਾਂ ਅੱਗੇ ਅਪੀਲ ਕਰਨੀ ਕਿ ਜਿਹੜੇ 9 ਮਈ ਦੇ ਜਿਹੜੇ ਮਸੂਬਾ ਸਾਜ਼ ਹੈਗੇ ਨੇ ਇਹਨਾਂ ਨੂੰ ਵੀ ਖਾਕ ਦੇ ਵਿੱਚ ਮਿਲਾ ਦਿੱਤਾ ਜਾਣਾ ਚਾਹੀਦਾ ਹੈਗਾ। ਤੇ ਵਾਜ਼ਿਆ ਜਿਹੜਾ ਹੈਗਾ ਨਾ ਸਾਡੀ ਫੌਜ ਨੇ ਇਹਨਾਂ ਨੂੰ ਵਾਜ਼ਿਆ ਪੈਗਾਮ ਦਿੱਤਾ ਗਿਆ, ਜਿਹੜੇ ਹੈਗੇ ਨੇ ਨਾ 60 ਬੰਦਿਆਂ ਨੂੰ ਸਜ਼ਾ ਦੇ ਅਮਰੀਕਾ ਨੂੰ ਤੇ ਇਸਰਾਈਲ ਨੂੰ ਵਾਜ਼ਿਆ ਪੈਗਾਮ ਦਿੱਤਾ ਕਿ ਜਿਹੜਾ ਬੰਦਾ ਵੀ ਸਾਡੇ ਮੁਲਕ ਦੇ ਮਾਮਲਾ 'ਚ ਬੋਲੇਗਾ ਤੇ ਸਾਡੇ ਮਾਮਲਾ 'ਚ ਕਲੀਅਰ ਕਰੇਗਾ ਅਸੀਂ ਉਹਨੂੰ ਛੱਡਾਂਗੇ ਨਹੀਂ।
ਬਾਕੀ ਅੱਲਾਹ ਪਾਕ ਬਿਹਤਰ ਕਰੇ। DGISPR ਸਾਹਿਬ ਨੇ ਜਿਹੜੀ ਨਾ ਕੱਲ ਫੌਜ ਦੀ ਕਾਨਫਰੰਸ ਹੋਈ ਹੈ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਨਾ ਸਾਰੇ ਮਾਮਲਾਤ ਨੂੰ ਜਿਹੜਾ ਹੈਗਾ ਨਾ ਦੁਹਰਾਇਆ। ਦੁਹਰਾਉਣ ਤੋਂ ਬਾਅਦ ਉਹਨਾਂ ਨੇ ਸਾਰੇ ਮਸਲੇ ਨੂੰ ਹੱਲ ਕੀਤਾ ਗਿਆ ਹੈ। ਸਾਰੇ ਮਸਲੇ ਨੂੰ ਹੱਲ ਕਰਦੇ ਉਹਨਾਂ ਨੇ ਆਪਦੇ ਸਾਰੇ ਮਾਮਲਾਤ ਨੂੰ ਜਿਹੜਾ ਹੈਗਾ ਨਾ ਕੌਮ ਦੇ ਸਾਹਮਣੇ ਰੱਖਿਆ ਗਿਆ ਹੈ। ਜਿਹੜੇ ਬੰਦਿਆਂ ਨੂੰ 60 ਬੰਦਿਆਂ ਨੂੰ ਸਜ਼ਾਵਾਂ ਦਿੱਤੀਆਂ। ਬਾਕੀ ਇਹ ਗੱਲ ਜਿਹੜੀ ਕੱਲ ਜਿਹੜੀ ਨਾ ਪ੍ਰੈਸ ਕਾਨਫਰੰਸ ਹੋਈ ਨਾ, ਉਹਦੇ ਨਾਲ ਸਾਡਾ ਮੁਲਕੀ ਵਕਾਰ ਬੜਾ ਬੁਲੰਦ ਹੋਇਆ ਹੈ। ਅਸੀਂ ਮਜ਼ਬੂਤ ਕੌਮ ਦੇ ਤੌਰ ਤੇ ਪੇਸ਼ ਹੋਏ ਹਾਂ ਕਿ ਅਸੀਂ ਵੀ ਕਿਸੇ ਵੀ ਮੁਲਕ ਦੀ ਡਿਕਟੇਸ਼ਨ ਨੂੰ ਕਬੂਲ ਨਹੀਂ ਕਰਾਂਗੇ। ਕਿਸੇ ਵੀ ਮੁਲਕ ਦੇ ਮਾਮਲਾਤ ਨੂੰ ਅਸੀਂ ਜਿਹੜਾ ਹੈਗਾ ਨਾ ਆਪਣੇ ਤੇ ਹੈਵੀ ਨਹੀਂ ਹੋਵਾਂਗੇ। ਅਸੀਂ ਇਨਸ਼ਾਅੱਲਾ ਆਪਦੇ ਜਿਹੜੇ ਸਾਡੇ ਜ਼ਿੰਦਗੀ ਦੇ ਮਾਮਲਾਤ ਹੈਗੇ ਨੇ, ਸਾਡੇ ਪ੍ਰੋਗਰਾਮ ਹੈਗੇ ਨੇ, ਸਾਡੇ ਦਫਾਈ ਦਾਰਿਆਂ ਦੇ, ਅਸੀਂ ਇਨਸ਼ਾਅੱਲਾ ਇਹਦੇ ਨਾਲ ਮੁਤਾਬਕ ਖੜੇ ਹੋਵਾਂਗੇ। ਤੇ ਜਿਹੜੇ 9 ਮਈ ਦੇ ਮੁਜਰਮਾਨ ਹੈਗੇ ਨੇ, ਇਹਨਾਂ ਨੂੰ ਅਸੀਂ ਅਪੀਲ ਕਰਨੇ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਬਹੁਤ ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ ਵਰਹਿਮਤੁल्लाह।